बिस्मिल्लाहिर्रहमानिर्रहीम। अस्सलाम वालेकुम फ्रेंड्स, कैसे हैं आप सब लोग। उम्मीद करता हूं आप सब लोग खैर खैरियत से होंगे। मैं हूं शेख अब्बास और आप देख रहे हैं मेरा यूट्यूब चैनल। तो फ्रेंड्स, आज हम एक और डेयरी फार्म पे मौजूद हैं। उनके ऑनर हमारे साथ हैं, उनसे आपकी मुलाकात करवाते हैं और उनसे पूछते हैं कि ये डेयरी फार्मिंग का काम करते हुए उन्हें कितना अर्सा हो गया। अस्सलाम वालेकुम सर। वालेकुम सलाम। की हाल चाल है सर? ठीक हो सर? सब तो पहले ते अपना नाम और अपने फार्म की लोकेशन दस दो। मेरा नाम गाला मोहम्मद नवीद। ठीक हो गया, माशाल्लाह। फार्म मेरा चक नंबर 139 गदीम दे विच है जी। माशाल्लाह। पुल 14 अड्डे तो 3 किलोमीटर दूर, ठीक, तहसील जहानिया, जिला खानेवाल। जबरदस्त। अच्छा सर जी, डेयरी फार्मिंग का काम करते हुए कितना करसा हो गया ਤੁਹਾਨੂੰ? मैनू ये तकरीबन 2 साल हो गए हैं। 2 साल हो गए? 2 साल तो 2 महीने होते हो गए थे, 26 महीने हुए। सही है। ਤੇ ਸਰ 2 ਸਾਲ ਦੇ ਅੰਦਰ ਇਸ ਕੰਮ ਨੂੰ कैसा ਸਮਝਿਆ ਤੁਸੀਂ? सर मैं सऊदीया ते काम करदा, 13 साल सऊदीया रह के आया। अच्छा, माशाल्लाह। मैं पहले रियाज दे विच सी, ठीक हो गया। फिर उत्थे 5 साल में काम किया, फिर मैं अफराबाद में अपना शोरूम बनाया सी लकड़ दा। अच्छा, माशाल्लाह। उत्थे मैं 7 साल काम किया। ठीक हो गया। उस तो बाद मेरे बच्चे स्कूल जाने लगे, मैं सारा काम क्लोज करके ठीक है। इत्थे आ गया। जबरदस्त। आके ना इत्थे मैं 40 ਹੀਫਰ ਲਈਆਂ ਸੀ ਅਮਰੀਕਨ ਕਲਾਸ ਵਛੜੀਆਂ ਲਈਆਂ ਸੀ। ਠੀਕ ਹੋ ਗਿਆ। ਤੇ ਉਹਨਾਂ ਨੂੰ ਮੈਂ 1 ਸਾਲ ਪਾਲਿਆ ਤੇ ਮਾਸ਼ਾਅੱਲਾ ਮੇਰੇ ਸਾਰੀਆਂ ਗਾਈਆਂ ਤਿਆਰ ਹੋ ਗਈਆਂ। ਮਾਸ਼ਾਅੱਲਾ। 1 ਸਾਲ ਦੇ ਵਿੱਚ ਗਾਈਆਂ ਸਾਰੀਆਂ ਸੋ ਪਈਆਂ ਸੀ। 3 ਮਹੀਨੇ ਬਾਅਦ ਮੈਂ ਅੱਛੀ ਖੁਰਾਕ ਪਾਈ, ਵੱਡਾ ਪਾਇਆ, ਬਹੁਤ ਅੱਛਾ ਉਹਨਾਂ ਨੂੰ ਸਾਂਭਿਆ। ਮਾਸ਼ਾਅੱਲਾ ਮੇਰੀ 40 ਦੀ 40 ਗਾਈਆਂ ਸੋ ਪਈਆਂ। ਜ਼ਬਰਦਸਤ। ਇਹ ਮੇਰੇ ਪਿਛਲੇ ਸਾਲ ਦੀ ਨਾ ਸਾਰੀਆਂ ਉਹਨਾਂ ਗਾਈਆਂ ਦੀ ਬੱਚੀਆਂ ਨੇ। ਜ਼ਬਰਦਸਤ। ਯਾਨੀ ਕਿ ਜਿਹੜੀਆਂ ਤੁਸੀਂ ਤਿਆਰ ਕੀਤੀਆਂ ਮੈਂ 1 ਸਾਲ ਦੇ ਵਿੱਚ ਸੂਈਆਂ। ਠੀਕ ਹੈ। ਸਾਲ ਤੋਂ ਬਾਅਦ ਸੂਣੇ ਤੋਂ ਬਾਅਦ ਮੇਰੀ ਬੱਚੀਆਂ ਦਿੱਤੀਆਂ, ਫਿਰ ਮੈਂ ਸਾਲ ਹੋ ਗਿਆ ਉਹਨਾਂ ਦਾ ਦੁੱਧ ਪੀ ਰਿਹਾ। ਉਹ ਦੁਬਾਰਾ ਮਾਸ਼ਾਅੱਲਾ ਫਿਰ ਉਹਨਾਂ ਨੇ ਇਸ ਦਫਾ ਫਿਰ ਉਹ 15-20 ਬੱਚੀਆਂ ਆਈਆਂ ਖੜੀਆਂ ਨੇ। ਮਾਸ਼ਾਅੱਲਾ। ਬੱਚੇ ਅਸੀਂ ਸੇਲ ਕਰ ਦਿੰਦੇ ਛੋਟਾ ਹੀ, ਕਿ ਉਹ ਦੁੱਧ ਪਿਆ ਕੇ ਬੱਚਿਆਂ ਨੂੰ ਸਾਡੇ ਪ੍ਰੋਫਿਟ ਨਹੀਂ ਹੁੰਦਾ। ਅਸੀਂ ਰੱਖ ਲੈਨੇ ਆ। ਜ਼ਬਰਦਸਤ। ਠੀਕ ਹੋ ਗਿਆ। ਤੇ ਅੱਛੀ ਵੱਛੀ ਅਸੀਂ ਤਿਆਰ ਕਰਦੇ ਆ। ਸਾਨੂੰ ਇਹ ਵੱਛੀ ਅਸੀਂ ਅਗਰ ਅੱਛੀ ਖੁਰਾਕ ਪਾਣੇ ਨਾ ਤੇ 15 ਮਹੀਨੇ ਦੀ ਸਾਡੀ ਵੱਛੀ ਪ੍ਰੈਗਨੈਂਟ ਹੋ ਜਾਂਦੀ ਆ। ਵੱਛੀ ਨਾ ਹੁਣ ਇਹਦੀ ਉਮਰ 17 ਮਹੀਨੇ ਆ, ਇਹ 3 ਮਹੀਨੇ ਪ੍ਰੈਗਨੈਂਟ, ਉਹ ਅਗਲੀ ਵੱਛੀ ਵੀ 2 ਮਹੀਨੇ ਪ੍ਰੈਗਨੈਂਟ। ਜ਼ਬਰਦਸਤ। ਤੇ ਇਹ ਸਾਰੀ ਵੱਛੀਆਂ ਨੇ ਸਾਲ ਦੇ ਅਗਰ ਤੁਸੀਂ 2 ਸਾਲ ਦੇ ਵਿੱਚ ਅੱਛਾ ਪਾਲੋਗੇ ਨਾ, ਇਹ ਤੇ 7-8 ਲੱਖ ਦੀ ਗਾਂ ਬਣ ਜਾਂਦੀ ਹੈ। ਮਾਸ਼ਾਅੱਲਾ। ਬਜਾਏ ਤੁਸੀਂ 7-8 ਲੱਖ ਦੀ ਗਾਂ ਲਓ, ਉਸ ਤੋਂ ਬਿਹਤਰ ਆਪਣੀ ਘਰ ਦੀ ਵੱਛੀਆਂ ਤਿਆਰ ਕਰੋ। ਇਹਨਾਂ ਨੂੰ ਦੁੱਧ ਵੇਚਣ ਦੀ ਬਜਾਏ ਇਹਨਾਂ ਨੂੰ ਪਿਆਓ ਜ਼ਿਆਦਾ ਤੋਂ ਜ਼ਿਆਦਾ। ਮਾਸ਼ਾਅੱਲਾ, ਜ਼ਬਰਦਸਤ। ਅੱਛਾ ਸਰ ਜੀ, ਇਹ ਹੁਣ ਤੁਸੀਂ ਜਿਹੜਾ ਪ੍ਰੋਸੀਜਰ ਦੱਸਿਆ ਕਿ ਘਰ ਦੀਆਂ ਵੱਛੀਆਂ ਤਿਆਰ ਕਰੋ, ਹੁਣ ਤੁਸੀਂ 40 ਵੱਛੀਆਂ ਤਿਆਰ ਜਿਹੜੀਆਂ ਕੀਤੀਆਂ, ਉਹ ਕਿਤਨੇ ਦੀਆਂ ਪਰਚੇਜ਼ ਕੀਤੀ? ਇੱਕ ਵੱਛੀ ਕਿਤਨੇ ਦੀ ਪਰਚੇਜ਼ ਕੀਤੀ ਸੀ? ਮੈਂ 30 ਵੱਛੀਆਂ ਲਈਆਂ ਸੀ 1,10,000 ਦੇ ਪੁੱਠੇ ਨਾਲ। ਅੱਛਾ, ਮਾਸ਼ਾਅੱਲਾ, ਬੜੀ ਜ਼ਬਰਦਸਤ। ਜਿਹੜੀ ਕ੍ਰਾਸ ਸੀ, ਕ੍ਰਾਸ ਚ ਸੀ। ਠੀਕ ਹੈ। ਜਿਹੜੀ ਮੈਂ ਲਈ ਸੀ ਇੰਪੋਰਟਰ ਵੱਛੀਆਂ, ਜੀ ਜੀ, ਉਹ ਸਾਡੇ 3 ਕਿਲੋਮੀਟਰ ਦੂਰ ਇੱਕ ਇੰਪੋਰਟਰ ਫਾਰਮ ਹੈ, ਉਹਨਾਂ ਅਮਰੀਕਾ ਤੋਂ ਲੈ ਕੇ ਆਈ ਸੀ ਗਾਵਾਂ। ਸਹੀ ਹੈ। ਉਹਨਾਂ ਕੋਲ ਮੈਂ 10 ਵੱਛੀਆਂ ਲਈਆਂ ਸੀ 4 ਲੱਖ ਦੇ ਪੁੱਠੇ ਦੇ ਸਾਹਮਣੇ। ਜ਼ਬਰਦਸਤ। ਯਾਨੀ ਕਿ ਕ੍ਰਾਸ ਤੁਸੀਂ ਲਈਆਂ 1,10,000 ਦੀਆਂ ਤੇ ਪਿਓਰ ਤੁਸੀਂ ਲਈਆਂ? ਪਿਓਰ ਲਈ ਮੈਂ 4 ਲੱਖ ਦੇ 4 ਲੱਖ ਦੀ ਇੱਕ ਵੱਛੀ। ਉਮਰ ਬਰਾਬਰ ਸੀ? ਉਮਰ ਬਰਾਬਰ ਸੀ। ਸਹੀ ਹੈ। ਤੇ ਸਰ ਉਹਦਾ ਫਰਕ ਕਿਉਂ ਹੈ? ਫਰਕ ਇਹ ਜੀ, ਜਿਹੜੀ ਹੈ ਨਾ ਪਿਓਰ, ਉਹਨੇ ਦੁੱਧ ਦਿੱਤਾ ਜੀ ਸਾਨੂੰ 35 ਪਲੱਸ। ਕੋਈ ਗਾਂ ਨੇ ਮਤਲਬ 40 ਲੀਟਰ ਦਿੱਤਾ, ਕਿਸੇ ਨੇ 35 ਲੀਟਰ ਦਿੱਤਾ, ਘੱਟ ਤੋਂ ਘੱਟ 30 ਲੀਟਰ ਦੁੱਧ ਦਿੱਤਾ। ਠੀਕ ਹੈ। ਜਿਹੜੀ ਲਈ ਮੈਂ ਕ੍ਰਾਸ ਦੇ ਵਿੱਚ, ਉਹਨੇ ਦੁੱਧ ਜ਼ਿਆਦਾ ਦਿੱਤਾ ਜੀ 25 ਲੀਟਰ। ਇਹ ਤੋਂ ਤੇ ਕੋਈ ਨਹੀਂ ਗਈ। ਅਸੀਂ ਜਿਹੜੀ ਤੁਸੀਂ ਕੋਈ 15 ਲੀਟਰ ਵੀ ਵੇਚ ਦਿੰਦੇ ਸੀ, ਕੋਈ 20 ਲੀਟਰ ਦਿੰਦੇ ਸੀ, ਮੈਂ 15 ਲੀਟਰ ਵਾਲੀ ਸੇਲ ਕਰ ਦਿੱਤੀ ਆ। 20 ਲੀਟਰ ਤੋਂ ਉੱਤੇ ਹੀ ਮੈਂ ਰੱਖ ਲਈਆਂ। ਮਾਸ਼ਾਅੱਲਾ। ਉਹਨਾਂ ਦੀਆਂ ਮੈਂ ਬੱਚੀਆਂ ਵੀ ਰੱਖ ਲਈਆਂ। ਤੇ ਉਹਨਾਂ ਤੋਂ ਸਾਨੂੰ ਇਹ ਫਾਇਦਾ ਹੈਗਾ ਕਿ ਤੁਸੀਂ ਪੱਠੇ ਦੋਵਾਂ ਨੂੰ ਪਾਣੇ ਆ। ਜੀ ਜੀ ਜੀ। ਤੇ ਇੱਕ ਜਿੰਨਾ ਦੁੱਧ ਲੈਣਾ ਪਿਓਰ ਦੇ ਵਿੱਚ ਤੁਸੀਂ ਇੱਕ ਨੂੰ ਪੱਠੇ ਪਾ ਕੇ ਤੋਂ ਨਹੀਂ ਦੁੱਧ ਲੈ ਲੈਣਾ। ਅੱਛਾ, ਮਾਸ਼ਾਅੱਲਾ, ਉਹਦਾ ਹੀ ਫਾਇਦਾ ਤੁਹਾਨੂੰ। ਬਿਲਕੁਲ। ਅੱਛਾ ਸਰ, ਹੁਣ ਇਹ ਤੇ ਤੁਸੀਂ ਦੱਸਿਆ ਪਿਓਰ ਦੇ ਵਿੱਚ ਮਿਲਕ ਜ਼ਿਆਦਾ ਹੈ, ਹਾਂਜੀ, ਔਰ ਇਨਕਮ ਵੀ ਜ਼ਿਆਦਾ ਹੈ। ਉਹਦੀ ਵੱਛੀ ਵੀ ਤੁਹਾਡੀ ਆਖਰ ਤੁਸੀਂ ਇੱਕ ਵੱਛੀ ਵੀ ਪਾਲ ਲਿਓ ਨਾ, ਜੀ ਜੀ ਜੀ, ਤੇ ਉਹ ਤੁਹਾਡੀ 10 ਲੱਖ ਦੀ ਗਾਂ ਤਿਆਰ ਹੋ ਜਾਂਦੀ। ਮਾਸ਼ਾਅੱਲਾ। ਤੇ ਤੁਸੀਂ ਕ੍ਰਾਸ ਦੀ ਵੱਛੀ ਇੱਕ ਪਾਲੋਗੇ ਤੇ ਜ਼ਿਆਦਾ 5 ਲੱਖ ਦੀ ਵਿਕੇਗੀ, ਜ਼ਿਆਦਾ ਵਿਕੇਗੀ। ਠੀਕ ਹੋ ਗਿਆ। ਤੇ ਸਰ ਹੁਣ ਤੁਹਾਡੇ ਕੋਲੋਂ ਤੇ ਬਿਹਤਰ ਕੋਈ ਨਹੀਂ ਦੱਸ ਸਕਦਾ, ਕਿਉਂਕਿ ਤੁਹਾਡੇ ਕੋਲ ਤੁਸੀਂ ਇਹ ਤਜਰਬਾ ਕਰ ਚੁੱਕੇ ਹੋ। ਠੀਕ ਹੈ। ਹੁਣ ਤੁਸੀਂ ਇਹ ਦੱਸੋ ਕਿ ਇਨਵਾਇਰਨਮੈਂਟ ਦੀ ਗੱਲ ਜਿਹੜੀ ਅਸੀਂ ਕਰੀਏ, ਪਿਓਰ ਨੂੰ ਤੁਸੀਂ ਕੀ ਇਨਵਾਇਰਨਮੈਂਟ ਦੇ ਰਹੇ ਹੋ? ਇਨਵਾਇਰਨਮੈਂਟ ਮਤਲਬ ਅਸੀਂ ਉਹਨੂੰ ਮਾਹੌਲ ਅੱਛਾ ਦੇਣਾ ਚਾਹੀਦਾ। ਜੀ ਜੀ ਜੀ। ਤੁਸੀਂ ਫੁਹਾਰੇ ਹੋਣੇ ਚਾਹੀਦੇ ਲਾਜ਼ਮੀ ਉਹਦੇ ਵਾਸਤੇ। ਠੀਕ ਹੋ ਗਿਆ। ਸ਼ਾਵਰ ਹੋਣਾ ਚਾਹੀਦਾ। ਸ਼ਾਵਰ ਸਿਸਟਮ ਨਹੀਂ ਹੈ ਤਾਂ ਤੁਸੀਂ ਪਿਓਰ ਨਹੀਂ ਰੱਖੋ, ਇਹ ਕ੍ਰਾਸ ਦਾ ਕੰਮ ਕਰੋ। ਠੀਕ ਹੋ ਗਿਆ। ਤੇ ਉਹਦੇ ਵਾਸਤੇ ਪੱਖੇ ਹੋਣੇ ਚਾਹੀਦੇ ਨੇ, ਤੁਹਾਡਾ ਥੱਲੇ ਇੱਕ ਗਾਰਾ ਨਹੀਂ ਹੋਣਾ ਚਾਹੀਦਾ, ਖੁਸ਼ਕ ਜਗ੍ਹਾ ਮਿਲਣੀ ਚਾਹੀਦੀ ਉਹਨੂੰ। ਜਦ ਉਹਨੂੰ ਮਾਹੌਲ ਅੱਛਾ ਮਿਲੇਗਾ ਤਾਂ ਦੁੱਧ ਅੱਛਾ ਦੇਗੀ। ਠੀਕ ਹੋ ਗਿਆ। ਉਹਨੂੰ ਗਰਮੀ ਦਾ ਮਸਲਾ ਬਹੁਤ ਜ਼ਿਆਦਾ ਹੈ। ਬਿਲकुल। ਸਰਦੀ ਜੇ ਤਾਂ ਕੋਈ ਪ੍ਰਵਾਹ ਨਹੀਂ ਪਏਗਾ, ਬਾਹਰ ਜਾ ਕੇ ਬੈਠਣਗੇ, ਉਹਨਾਂ ਨੇ ਅੰਦਰ ਕਦੀ ਨਹੀਂ ਬੈਠਣਾ। ਠੀਕ ਹੋ ਗਿਆ। ਅੱਛਾ ਸਰ, ਹੁਣ ਕੋਈ ਭਾਈ ਜਿਵੇਂ ਤੁਸੀਂ ਦੱਸਿਆ, ਅਸੀਂ ਦੋਵੇਂ ਗੱਲਾਂ ਵੀਡੀਓ ਦੇ ਵਿੱਚ ਇਸ ਲਈ ਦੱਸੀਆਂ ਕਿ ਜਿਸ ਭਾਈ ਕੋਲ ਜਿਸ ਹਿਸਾਬ ਦੀ ਇਨਕਮ ਹੈ ਉਹ ਹਿਸਾਬ ਨਾਲ ਕਰੇ।
ਤੇ ਅਸੀਂ ਜਿਹੜਾ ਮਜ਼ੀਦ ਸਾਡੇ ਜਿਹੜੇ ਵੀਵਰਸ ਨੇ ਉਹ ਇਤਨੀ ਮਹਿੰਗੀ ਯਾਨੀ ਕਿ ਬਰੀਡ ਨਹੀਂ ਲੈ ਸਕਦੇ। ਜਿਵੇਂ ਤੁਸੀਂ ਦੱਸਿਆ ਕਿ ਬਈ ਕ੍ਰਾਸ ਵਿੱਚ ਤੁਸੀਂ 1,10,000 ਦੀ ਵੱਛੀ ਲਈ ਸੀ, ਜਿਹੜੀ ਕਿ ਅੱਜ ਮੈਕਸਿਮਮ 2 ਲੱਖ ਤੱਕ ਦੀ ਹੋ ਗਈ ਹੋਏਗੀ ਕ੍ਰਾਸ ਵਿੱਚ। ਜ਼ਿਆਦਾ 1.5 ਲੱਖ ਦੀ 1.5 ਲੱਖ ਦੀ 60 ਦੀ ਲੱਗ ਜਾਂਦੀ। ਠੀਕ ਹੋ ਗਿਆ। ਜਿਹੜੀ ਤਿਆਰ ਹੋਏਗੀ ਯਾਨੀ ਕਿ 20 ਰੁਪਏ ਦੇ ਕਾਬਲ ਆਮ ਦੇ 1 ਮਹੀਨਾ 2 ਮਹੀਨੇ ਤੁਸੀਂ ਪੱਠੇ ਪਾਓਗੇ ਤਾਂ ਤਿਆਰ ਲੱਗ ਜਾਏਗੀ। ਠੀਕ ਹੋ ਗਿਆ। ਅਸੀਂ ਸਰ ਉਹਦੀ ਗੱਲ ਕਰਦੇ ਹਾਂ ਕਿ ਅਗਰ 1.5 ਲੱਖ ਦੇ ਵੀ ਐਵਰੇਜ ਨਾਲ ਕੋਈ ਭਾਈ ਜਾਨਵਰ ਉਹ ਕ੍ਰਾਸ ਵਿੱਚ ਲੈਂਦਾ, ਠੀਕ ਹੈ, ਤੇ ਉਹਨੂੰ ਤਿਆਰ ਕਰਨ ਤੱਕ ਕਿੰਨਾ ਖਰਚਾ ਹੋ ਜਾਏਗਾ ਉਹਦਾ, ਜਦੋਂ ਤੱਕ ਉਹ ਡਿਲੀਵਰੀ ਨਹੀਂ ਦੇ ਦਿੰਦੀ ਗਾਏ? ਉਹ ਤੁਹਾਡੇ ਕੋਲ 1 ਸਾਲ ਦਾ ਪੇਮੈਂਟ ਹੈ ਜੀ। 1 ਸਾਲ ਦੇ ਵਿੱਚ ਡੇਲੀ ਦਾ ਸਾਰਾ ਸੈਲਰੀ, ਅਗਰ ਤੁਸੀਂ ਸੈਲਰੀ ਪਾ ਰਹੇ ਨਾ ਉਹਨੂੰ, ਜੀ ਜੀ, ਉਹਦਾ ਮੈਕਸਿਮਮ ਤੁਸੀਂ 20 ਕਿਲੋ ਸੈਲਰੀ ਲਗਾਓਗੇ। 20 ਕਿਲੋ ਸੈਲਰੀ ਲਗਾਓਗੇ ਤਾਂ 1 ਮਹੀਨੇ ਦਾ ਤੁਹਾਡਾ ਸੈਲਰੀ ਬਣਨਾ ਵਾ 600 kg। ਠੀਕ ਹੋ ਗਿਆ। बस 72 तक 720 kg बस सैलरी ने खाना में। ठीक हो गया। ज्यादा ज्यादा खर्चा आएगा तो 1 लाख रुपया वंडा पा के सारी चीजें पा के। अच्छा। एक अगर तुसी 1.5 ਦੀ ਵੱਛੀ ਲੈਂਦੇ ਤੇ 1 ਲੱਖ ਰੁਪਏ ਉਹਨੂੰ ਖਿਲਾ ਦਿੰਦੇ ਨਾ, ਜੀ ਜੀ ਜੀ, ਤੇ ਉਹ ਤੁਹਾਡੀ 2.5 ਲੱਖ ਦੀ ਵੱਛੀ ਤਿਆਰ ਹੋ ਗਈ। ਤੇ 2.5 ਲੱਖ ਦੀ ਵੱਛੀ ਉਹ 5 ਲੱਖ ਦੀ ਗਾਂ ਬਣ ਗਈ। ਉਸ ਤੇ ਮਾਰਕੀਟ ਤੇ ਉਹਦੀ 5 ਮਾਰਕੀਟ ਵਿੱਚ ਲਾਭਜ਼ੀ ਉਹਦੀ ਜ਼ਿਆਦਾ ਹੋ ਜਾਂਦੀ ਹੈ। ਯਾਨੀ ਇਹ ਤੇ ਬਹੁਤ ਜ਼ਬਰਦਸਤ ਤੁਸੀਂ ਦੱਸਿਆ ਕਿ ਵੱਛੀਆਂ ਤਿਆਰ ਕਰਨੀਆਂ ਚਾਹੀਦੀਆਂ। ਉਹਨੂੰ ਤੁਸੀਂ ਉਹਦਾ ਖਾਸ ਕਰ ਰੱਖਣਾ, ਉਹਨੂੰ ਸੀਮਨ ਸੈਕਸ ਕਰਾ ਲਓ। ਕ੍ਰਾਸ ਵੱਛੀ ਲੈ ਲਓ, ਸੀਮਨ ਸੈਕਸ ਕਰਾਓਗੇ ਤੁਹਾਡੀ ਅੱਗੇ ਬਰੀਡ ਅੱਛੀ ਆ ਜਾਏਗੀ। ਜ਼ਬਰਦਸਤ। ਯਾਨੀ ਕਿ ਪਿੱਛੋਂ ਤੁਸੀਂ ਜਿਹੜਾ ਨਾ ਗੱਬਨ ਨਹੀਂ ਲੈਣੀ, ਪਿੱਛੋਂ ਖਾਲੀ ਲਵੋ ਵੱਛੀ ਲੈਣੀ ਹੈ। ਉਹਦੇ ਉੱਤੇ ਤੁਸੀਂ ਜਿਹੜੇ ਸੀਮਨ ਰਖਵਾਣੇ ਨੇ ਉਹ ਇੰਪੋਰਟਡ ਸੀਮਨ ਰਖਵਾਓ ਔਰ ਸੈਕਸ ਸੀਮਨ ਰਖਵਾਓ, ਤਾਂ ਕਿ ਤੁਹਾਡੇ ਕੋਲ ਵੱਛੀਆਂ ਅੱਛੀਆਂ ਆਵਣ, ਤੁਹਾਡੇ ਘਰ ਦੀ ਬਰੀਡ ਅੱਛੀ ਬਣੇ। ਬਿਲਕੁਲ ਠੀਕ ਹੋ ਗਿਆ ਸਰ, ਬਹੁਤ ਜ਼ਬਰਦਸਤ ਤੁਸੀਂ ਇਹ ਮਾਲੂਮਾਤ ਦਿੱਤੀ। ਅੱਛਾ, ਮੌਜੂਦਾ ਜਿਹੜੇ ਤੁਸੀਂ ਕ੍ਰਾਸ ਜਿਹੜੀਆਂ ਗਾਈਆਂ ਤੁਹਾਡੇ ਕੋਲ ਇਸ ਟਾਈਮ ਖੜੀਆਂ, ਜਿਹੜੀਆਂ ਤੁਸੀਂ ਤਿਆਰ ਕੀਤੀਆਂ ਨੇ, ਠੀਕ ਹੈ, ਉਹਦੇ ਕੋਲੋਂ ਤੁਸੀਂ ਦੱਸਿਆ ਜ਼ਿਆਦਾ ਤੋਂ ਜ਼ਿਆਦਾ ਐਵਰੇਜ ਤੁਸੀਂ ਲੈ ਰਹੇ ਹੋ 5 ਲੀਟਰ, ਇਸ ਤੋਂ ਉੱਪਰ ਨਹੀਂ ਹੈ। ਤੇ ਸਰ ਉਹਦੇ ਵਿੱਚ ਪ੍ਰੋਫਿਟ ਦੇ ਕਿੰਨੇ ਕੁ ਤੁਹਾਨੂੰ, ਮਤਲਬ ਉਹ ਗਾਂ ਕਿੰਨੀ ਪ੍ਰੋਫਿਟ ਦੇ ਰਹੀ ਹੈ ਤੁਹਾਨੂੰ? ਤੁਸੀਂ ਦੇਖ ਲਓ, ਅਗਰ ਤੁਸੀਂ ਉਹਨੂੰ ਸੈਲਜ ਤੇ ਵੰਡੇ ਦਾ ਉਹਦਾ ਖਰਚਾ ਨਿਕਾਲ ਕੇ ਤੇ ਤੁਹਾਨੂੰ ਅੱਧ ਬਚਤ ਦੇ ਜਾਂਦੀ ਹੈ। ਠੀਕ ਹੈ, यानी कि हाफ यानी कि 25 किलो अगर वो दूध दे रही है तो 12.5 किलो ने खा जाना। हाँ जी, 12.5 किलो ਤੁਹਾਨੂੰ ਪ੍ਰੋਫਿਟ ਦੇ ਰਹੀ ਹੈ ਤੇ ਪਲੱਸ ਸਰ ਫਿਰ ਸਾਲ ਬਾਅਦ ਤੁਹਾਨੂੰ ਉਹਦਾ ਬੱਚਾ ਵੀ ਹਿਸਾਬ ਕਰ ਲਓ। 12 ਲੀਟਰ ਦੁੱਧ ਕਿੰਨੇ ਦਾ ਹੈ सर? माशाल्लाह बहुत जबरदस्त। तकरीबन 150 रुपए लीटर सारी कंपनी तो उठा के लेके जा रही है जी। एंग्रो का साडा एग्रीमेंट है, 150 रुपए 80 किलो दूध दे रहे हो उन्होंने माशाल्लाह, ते 1800 रुपए डेली देख गाय ਦੀ ਸਾਡੀ ਬਚਤ ਹੈ ਜੀ। ਜ਼ਬਰਦਸਤ। ਅਗਰ ਤੁਸੀਂ 30 ਗਾਵਾਂ ਪਾ ਲੈਂਦੇ ਜੇ ਤਾਂ ਅਲਹਮਦੁਲਿਲਾ ਅਸੀਂ ਸੋਧੀਆਂ ਨੂੰ ਕੀ ਕਰਨਾ ਫਿਰ, ਜੇ ਬੱਚਿਆਂ ਤੋਂ ਦੂਰ ਰਹਿਣਾ, ਫਿਰ ਆਪਣੇ ਘਰ ਦੇ ਵਿੱਚ ਅਲਹਮਦੁਲਿਲਾ ਅੱਲਾਹ ਨੇ ਬੜਾ ਦਿੱਤਾ ਜੀ। ਅਸੀਂ ਇਹਨਾਂ ਜਗ੍ਹਾ ਦੇ ਵਿੱਚ ਬਹੁਤ ਅੱਜ ਗਰੀਬ ਸੀ, ਜਦ ਮੈਂ ਬੱਕਰੇ ਚਰਾਉਂਦਾ ਹੁੰਦਾ ਸੀ, ਫਿਰ ਅੱਲਾਹ ਤਾਲਾ ਨੇ ਸਾਨੂੰ ਇਹ, मैं सऊदीया चला गया, उत्थे जाके मेहनत की, अल्लाह ताला ने रिज़्क दिता। मैं 2 किले 2 एकड़ अपने खरीदे ने माशाल्लाह। ये मैं 50 लाख दे 7 साल पहले खरीदे सी। फिर मैं कंट्रोल शेड बनाया सऊदीया रह के। ठीक हो गया। सऊदीया छड़ के आके पैसे कट लिया के फिर मैं फार्म बनाया डेयरी फार्म। हुण मैं नाल दा एकड़ भी ले लिया, इधरले पासे भी नाल एक एकड़ ले लिया। ਜ਼ਬਰਦਸਤ। ਤੇ ਅਲਹਮਦੁਲਿਲਾ ਅੱਲਾਹ ਨੇ ਬਹੁਤ ਦਿੱਤਾ, ਇਹਨਾਂ ਤੋਂ ਹੀ ਕਮਾਇਆ ਜੀ ਮਾਸ਼ਾਅੱਲਾ। ਸਰ ਲਾਸਟ ਵਿੱਚ ਸਾਡੇ ਜਿਹੜੇ ਨਿਊ ਵੀਵਰਸ ਨੇ, ਜਿਹੜੇ ਆ ਵੀਡੀਓ ਨੂੰ ਦੇਖ ਰਹੇ ਨੇ, ਉਹਨਾਂ ਨੂੰ ਆਪਣੀ ਤਰਫੋਂ ਕੋਈ ਮਸ਼ਵਰਾ ਦਿਓ ਕਿ ਇਸ ਕੰਮ ਚ ਆਵਣ ਤੇ ਕਿਹੜੀ ਕਿਹੜੀ ਜਿਹੜੀ ਮੇਨ ਜ਼ਰੂਰਤ ਹੈ ਜਿਹੜੀ ਉਹ ਦੇਖ ਕੇ ਤੇ ਇਸ ਕੰਮ ਦੇ ਵਿੱਚ ਆਵਣ, ਇਹ ਕੋਈ ਮਸ਼ਵਰਾ ਦਿਓ ਆਪਣੀ ਤਰਫੋਂ। ਦੋਸਤੋ, ਅਗਰ ਤੁਸੀਂ ਚਾਹੁੰਦੇ ਜੇ ਕਿ ਆਪਣੇ ਮੁਲਕ ਦੇ ਵਿੱਚ ਕੰਮ ਕਰਨਾ ਚਾਹ ਰਹੇ ਜੇ ਤੇ ਤੁਸੀਂ ਸਊਦੀਆ ਚ ਜਾਣਾ ਤੇ ਮਿਹਨਤ ਉੱਥੇ ਕਰਨੀ, ਉੱਥੇ ਜਾ ਕੇ ਫਾਰਗ ਨਹੀਂ ਰਹਿਣਾ, ਉੱਥੇ ਜਾ ਕੇ ਪੈਸੇ ਕਮਾ ਕੇ ਲਿਆਓ ਤੇ ਆਪਣੇ ਮੁਲਕ ਦੇ ਵਿੱਚ ਅੱਛਾ ਕਾਰੋਬਾਰ ਕਰੋ। ਤੁਸੀਂ ਬਜਾਏ ਉੱਤੇ ਦਾ ਕੰਮ ਸੋਚਣ ਦੀ, ਛੋਟੇ ਕੰਮ ਤੋਂ ਸ਼ੁਰੂ ਕਰੋ ਤੇ ਉਹਨੂੰ ਉੱਤੇ ਲੈ ਕੇ ਜਾਓ। ਛੋਟੀ ਬੱਚੀਆਂ ਲੈ ਲਓ, ਉਹਨਾਂ ਨੂੰ ਤਿਆਰ ਕਰੋ, ਅੱਛਾ ਤਿਆਰ ਕਰਕੇ ਤੇ ਉਹਨਾਂ ਤੋਂ प्रॉफिट कमाओ अल्हम्दुलिल्लाह। यही ਤੁਹਾਡੇ ਵਾਸਤੇ ਮਸ਼ਵਰਾ ਹੈ। बहुत शुक्रिया सर, थैंक यू जी। तो फ्रेंड्स, ये थी आज की वीडियो। उम्मीद करते हैं आपको आज की वीडियो अच्छी लगी होगी। इंशाल्लाह नेक्स्ट वीडियो में आपके साथ मुलाकात करेंगे। तब तक अपने दोस्त शेख अब्बास को दीजिए इजाजत। अल्लाह हाफिज।